डॉक्टर साहब पढ़ाओ लंबी लंबी का मुबारक हमारे सारी मुबारक सुबह गड्डी बाहर वो खुद खाएंगे वो खुद खाएंगे बनेगा फिर नहीं ਵਾਹਿਗੁਰੂ ਜੀ ਕੀ ਫਤਿਹ। ਨਿਊਲੀ ਇਲੈਕਟਿਡ ਬਾਡੀ ਆਫ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਜ਼ਤ ਮਾਣ ਦੇਣ ਦੇ ਲਈ, ਸਤਿਕਾਰ ਦੇਣ ਦੇ ਲਈ, ਪਿਆਰ ਦੇਣ ਦੇ ਲਈ ਅੱਜ ਵਾਰਡ ਨੰਬਰ 7 ਦੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਬਿੱਟੂ ਅਤੇ ਉਹਨਾਂ ਦੇ ਮਹੱਲਾ ਵਾਸੀ, ਉਹਨਾਂ ਦਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਧੰਨਵਾਦ ਕਰਦੀ ਹੈ, ਸ਼ੁਕਰੀਆ ਅਦਾ ਕਰਦੀ ਹੈ, ਕਿਉਂਕਿ ਅੱਜ ਨਵੀਂ ਜਿਹੜੀ ਇਲੈਕਟਿਡ ਬਾਡੀ ਆਫਿਸ ਬੇਅਰਰ ਆਫ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਪਹੁੰਚੀ ਹੈ। ਇਹਨਾਂ ਦਾ ਬਹੁਤ ਧੰਨਵਾਦ ਹੈ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਪ੍ਰਬੰਧਕ ਕਮੇਟੀ ਕਠੂਆ ਦੀ ਸੰਗਤਾਂ ਦੀ ਸੇਵਾ ਕਰ ਰਹੀ ਹੈ ਔਰ ਸੰਗਤਾਂ ਨੇ ਜੋ ਭਰੋਸਾ, ਜੋ ਹੁੰਗਾਰਾ, ਜੋ ਫਤਵਾ ਇਸ ਕਮੇਟੀ ਨੂੰ ਦਿੱਤਾ ਹੈ, ਅਸੀਂ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਅੱਜ ਦੇ ਸਮੇਂ ਦੇ ਅੰਦਰ ਲੋਕੀ ਕਿਰਦਾਰ ਦੇਖਦੇ ਨੇ, ਕਿਉਂਕਿ ਸਿਫਾਰਿਸ਼ ਜਿਹੜੀ ਹੈ ਉਹ ਘਟ ਗਈ ਹੈ। ਆਮ ਤੌਰ ਤੇ ਸਾਡਾ ਇਹ ਇੱਕ ਅਭਿਆਸ ਬਣ ਚੁੱਕਾ ਸੀ, ਇੱਕ ਫਿਤਰਤ ਬਣ ਚੁੱਕੀ ਸੀ ਕਿ ਅਸੀਂ ਕਰਨਾ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਹੈ ਤੇ ਕੇਵਲ ਸਿਫਾਰਸ਼ੀ ਤੌਰ 'ਤੇ ਅਸੀਂ ਅੱਗੇ ਨਿਕਲਣਾ ਚਾਹੁੰਦੇ ਹਾਂ। ਪਰ ਅੱਜ ਦਾ ਨੌਜਵਾਨ, ਅੱਜ ਦੀ ਸੰਗਤ, ਸਾਰੇ ਮਾਈ ਭਾਈ ਸੁਚੇਤ ਹੋ ਚੁੱਕੇ ਨੇ ਔਰ ਉਹਨਾਂ ਦੇ ਮਨ ਦੇ ਅੰਦਰ ਇਹ ਭਾਵਨਾ ਬਣ ਚੁੱਕੀ ਹੈ ਕਿ ਸਾਨੂੰ ਉਹੋ ਜਿਹਾ ਸੇਵਾਦਾਰ ਚਾਹੀਦਾ ਜਾਂ ਉਹੋ ਜਿਹਾ ਨੁਮਾਇੰਦਾ ਚਾਹੀਦਾ ਕਿ ਜਿਹਦੇ ਪੱਲੇ ਕੁਝ ਹੋਵੇ, ਜਿਹੜਾ ਕੁਝ ਕਰਨ ਜੋਗਾ ਹੋਵੇ, ਜਿਹੜੀ ਡਿਵੈਲਪਮੈਂਟ ਦੀ ਸੋਚ ਰੱਖਦਾ ਹੋਵੇ ਜਾਂ ਪੋਜ਼ਿਟਿਵ ਜਿਹੜੀ ਉਹ ਸੋਚ ਰੱਖਦਾ ਹੋਵੇ। ਤੇ ਉਸੇ ਸੋਚ ਨੂੰ ਇਸ ਦੀ ਕਠੂਆ ਦੀ ਸੰਗਤ ਨੇ ਮੋਹਰ ਲਾਈ ਹੈ, ਕਿਉਂਕਿ ਇਹ ਸਾਰਿਆਂ ਦੇ ਸਾਹਮਣੇ ਸਾਰੀ ਸੰਗਤ ਜਾਣਦੀ ਹੈ ਕਿ ਜਿਹੜੀ ਟੀਮ ਜਿਹੜੀ ਹੈ ਸਰਦਾਰ ਚਰਨਜੀਤ ਸਿੰਘ ਜੀ ਦੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਜਿਹੜੀ ਚੱਲ ਰਹੀ ਸੀ, ਉਸਨੇ ਪਿਛਲੇ ਲੰਬੇ ਸਮੇਂ ਤੋਂ ਕਾਫੀ ਸਮਾਜ ਦੀ ਸੇਵਾ ਕੀਤੀ ਹੈ। ਜਿੱਥੇ ਗੁਰੂ ਘਰ ਦੀ ਸੇਵਾ ਕੀਤੀ ਹੈ, ਉੱਥੇ ਸਮਾਜ ਦੀ ਵੀ ਸੇਵਾ ਕੀਤੀ ਹੈ, ਕਿਉਂਕਿ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗੁਰਪੁਰਬਾਂ ਤੱਕ ਨਹੀਂ ਸੀਮਤ ਸੀ ਜਾਂ ਕੇਵਲ ਲੰਗਰਾਂ ਤੱਕ ਨਹੀਂ ਸੀਮਤ ਸੀ, ਕਿਉਂ ਨਹੀਂ ਇਸ ਤੋਂ ਬਾਹਰ ਨਿਕਲ ਕੇ इसने समाज की बड़ी सेवा की है। जो गरीब तबका सी उसने भी आके अप्रोच डिस्ट्रिक्ट गुरुद्वारा प्रबंधक कमेटी नूं कीती ते प्रबंधक कमेटी ने उन्हां दी मदद की है। कुछ ऐसे मसले सी जिस तरह एक विडो ने अचानक घर के विच कोई ऐसा हादसा वापर जाता है और वो जिहड़ा शख्स है बिल्कुल उसके भी सोर्स ऑफ इनकम उसदे कोल कोई नहीं है, पर उसकी रिश्तेदारी दे विच मैं ये गल जरूर कहना चाहांगा कि बहुत वड्डा
ਜਿੱਥੋਂ ਉਹ ਸੋਰਸ ਉਹਦੇ ਲਈ ਬਣ ਸਕਦਾ ਹੈ, ਪਰ ਉੱਥੋਂ ਦੇ ਲੋਕਾਂ ਨੇ ਜਾਂ ਉੱਥੋਂ ਦੇ ਜਿਹੜਾ ਧੜਾਬੰਦੀ ਸੀ, ਜਥਾਬੰਦੀ ਸੀ, ਉਹਨਾਂ ਨੇ ਬਿਲਕੁਲ ਕੋਈ ਉਹਦੀ ਸਹਾਇਤਾ ਨਹੀਂ ਕੀਤੀ। ਅਸੀਂ ਪ੍ਰਧਾਨ ਸਾਹਿਬ ਕੋਲ ਅਪਰੋਚ ਕੀਤੀ ਤੇ ਪ੍ਰਧਾਨ ਸਾਹਿਬ ਜੀ ਨੇ, ਮੈਂ ਸਮਝਦਾ ਹਾਂ ਕਿ ਘੱਟੋ ਘੱਟ ਇੱਕ ਅਸੀਂ 20,000 ਦੀ ਜਿਹੜੀ FD ਹੈ ਉਸ ਸਮੇਂ ਅੱਜ ਤੋਂ ਕਾਫੀ ਸਮੇਂ ਪਹਿਲੇ ਉਸ ਲੇਡੀ ਨੂੰ ਜਾ ਕੇ ਅਸੀਂ ਦਿੱਤੀ ਸੀ। ਉਹ ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀਆਂ ਨੇ। ਔਰ ਮੈਂ ਇਹ ਗੱਲ ਵੀ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਜਦੋਂ ਇਹ ਕਰੋਨਾ ਕਾਲ ਆਇਆ ਔਰ ਪਹਿਲੇ ਦਿਨ ਜਿਸ ਦਿਨ ਲਖਨਪੁਰ ਦੇ ਵਿੱਚ ਬੰਦ ਕਿ 2 ਘੰਟੇ ਦੇ ਅੰਦਰ ਹੀ ਅਸੀਂ ਜਿਹੜਾ ਸੀ 200-400 ਬੰਦਿਆਂ ਦਾ ਲੰਗਰ ਬਣਾ ਕੇ ਅਸੀਂ ਲਖਨਪੁਰ ਵਿੱਚ ਪਹੁੰਚੇ। ਔਰ ਉੱਥੇ ਜਾ ਕੇ ਜਿਹੜੇ ਅਸੀਂ ਦੇਖਿਆ ਕਿ ਕਾਫੀ ਤਾਦਾਦ ਦੇ ਵਿੱਚ ਲੋਕ ਸੀ, ਲੇਕਿਨ ਜਿੰਨਾ ਵੀ ਅਸੀਂ ਲੰਗਰ ਲੈ ਗਏ ਸੀ ਅਸੀਂ ਸਾਰਾ ਉੱਥੇ ਸਰਵ ਕੀਤਾ। ਔਰ ਉਸ ਤੋਂ ਬਾਅਦ ਮੈਂ ਕਹਿੰਦਾ ਕਿ ਲਗਾਤਾਰ ਜਿੰਨੀ ਦੇਰ ਲਾਕਡਾਊਨ ਰਿਹਾ, ਗੁਰਦੁਆਰਾ ਘਰ ਵਿੱਚ ਉਹ ਲੰਗਰ ਬਣ ਕੇ ਉੱਥੇ ਪਹੁੰਚਦਾ ਰਿਹਾ। ਇਹ ਕਮੇਟੀ ਦੀਆਂ ਸੇਵਾਵਾਂ ਨੇ। ਇਹ ਸੇਵਾਵਾਂ ਦੇਖ ਕੇ ਮੈਂ ਸਰਦਾਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ, ਕਿਉਂਕਿ ਇਹਨਾਂ ਨੇ ਕਮੇਟੀ ਦੀ ਬਹੁਤ ਸਹਾਇਤਾ ਕੀਤੀ ਹੈ, ਨਾਲ ਚੱਲੇ ਨੇ, ਸਭ ਕੁਝ ਜਾਣਦੇ ਨੇ। ਸੋ ਇੱਕ ਵਾਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਤਨੀ ਵੀ ਸੰਗਤ, ਜਿਤਨੇ ਵੀ ਬਰਾਦਰੀ ਭਾਈਚਾਰਾ ਇੱਥੇ ਇਹਨਾਂ ਦੇ ਘਰ ਪਹੁੰਚਿਆ ਹੈ, ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਚਰਨਜੀਤ ਸਿੰਘ ਜੀ ਔਰ ਇੱਥੇ ਸਾਰੇ ਮੌਜੂਦ ਸ਼ਹਿਰੀ, ਇਹ ਅਸੀਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਡਿਸਟ੍ਰਿਕਟ ਗੁਰਦੁਆਰਾ ਦੀ ਜਿਹੜੀ ਕਾਉਂਸਲ ਹੈ, ਉਹ ਜਿੰਨੇ ਵੀ ਮੈਂਬਰਸ ਜਿਹੜੇ ਜਿੱਤੇ ਉਹਨੇ ਸਾਰੇ ਹੀ ਮੈਂ ਆਪਣੇ ਤਹਿ ਦਿਲ ਤੋਂ ਬੜਾ ਮੁਬਾਰਕਬਾਦ ਦਿੰਦਾ। ਔਰ ਅਸੀਂ ਖੁਸ਼ੀ ਹੈ ਕਿ ਦੁਬਾਰਾ ਜਿੱਤੀ ਆਏ ਨੇ ਸਾਡੇ ਪ੍ਰਧਾਨ, ਔਰ ਤੀਸਰੀ ਵਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ ਨੇ ਔਰ ਕਾਉਂਸਲ ਵੀ ਐਡ ਕਰਨ ਲੱਗੇ ਨੇ। ਔਰ ਇਹਦੀ ਜਿਹੜੀ ਤੀਸਰੀ ਵਾਰ ਚੁਣਨੇ ਦਾ ਜਿਹੜਾ ਕਾਰਨ ਹੈ, ਮੇਰੇ ਖਿਆਲ 'ਚ ਇਹਦੀ ਕਾਰਜ ਪ੍ਰਣਾਲੀ ਹੈ। ਇਹਦੀ ਕਾਰਜ ਪ੍ਰਣਾਲੀ ਜਿਹੜੀ ਹੈ ਬੜੀ ਇੱਕ ਨਿਸ਼ਪਕਸ਼ ਕਾਰਜ ਪ੍ਰਣਾਲੀ ਹੈ, ਬੜੇ ਡੈਡੀਕੇਸ਼ਨ ਕਿੰਨੇ ਕੰਮ ਕਰਦੇ ਨੇ। ਇਹ ਸਿਰਫ ਸਿੱਖ ਕਮਿਊਨਿਟੀ ਵਿੱਚ ਕਿ ਕੰਟਰੀਬਿਊਸ਼ਨ ਨਹੀਂ ਹੈ, ਇਹਦੀ ਜਿਹੜੀ ਕੰਟਰੀਬਿਊਸ਼ਨ ਹੈ ਪੂਰੇ ਸਮਾਜ ਵਿੱਚ ਹੈ। ਔਰ ਮੇਰੇ ਖਿਆਲ 'ਚ ਇਹਦੀ ਜਿੱਤ ਦਾ ਜਿਹੜਾ ਕਾਰਨ ਹੈ, ਇਹ ਪੂਰੇ ਸਮਾਜ ਦੀ ਦੁਆਵਾਂ, ਸਾਰੇ ਸਮਾਜ ਦੀ ਜਿਹੜਾ ਕੰਮ ਇਹਨੇ ਕੀਤਾ ਹੈ, ਉਹਦੀ ਜਿਹੜੀ ਕੰਟਰੀਬਿਊਸ਼ਨ ਹੈ ਸਮਾਜ ਜਿਹੜੀ ਦਿੱਤੀ ਹੈ, ਉਹਦੀ ਵਜ੍ਹਾ ਕਿਨੇ ਅੱਜ ਤੀਸਰੀ ਵਾਰ ਬਣੇ ਨੇ। ਮੈਂ ਪ੍ਰਧਾਨ ਹੋ ਰਹੀ ਇਹਦੀ ਕਾਉਂਸਲ ਦੇ ਮੈਂਬਰਸ ਵੀ ਇੱਕ ਵਾਰੀ ਫਿਰ ਮੁਬਾਰਕਬਾਦ। ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਸਭ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਸਪੁੱਤਰ ਸਰਦਾਰ ਭੋਲਾ ਸਿੰਘ, ਅੱਜ ਉਹਨਾਂ ਦੇ ਗ੍ਰਹਿ ਵਿਖੇ ਅੱਜ ਮਹੱਲਾ ਨਿਵਾਸੀਆਂ ਨੇ ਵਾਰਡ ਨੰਬਰ 7 ਦੇ, ਜਿਨ੍ਹਾਂ ਨੇ ਕਿ ਸਾਨੂੰ ਮਾਣ ਸਨਮਾਨ ਦਿੱਤਾ ਹੈ। ਇਹ ਮਾਣ ਸਨਮਾਨ ਜਿਹੜਾ ਸਾਨੂੰ ਅੱਜ ਤੋਂ ਨਹੀਂ ਮਿਲਿਆ, 2003 ਤੋਂ ਅੱਜ 19 ਸਾਲ ਹੋ ਗਏ ਆ ਕਿ ਇਹਦੇ ਪਿਤਾ ਜੀ ਸਰਦਾਰ ਭੋਲਾ ਸਿੰਘ ਜੀ ਜਿੱਥੇ ਅਸੀਂ ਗ੍ਰਾਹੀ ਕਰਨ ਜਾਂਦੇ ਸੀ ਤੇ ਉਸ ਟਾਈਮ ਇਹਨਾਂ ਨੂੰ ਵੀ ਅਸੀਂ ਨਾਲ ਲੈ ਜਾਂਦੇ ਸੀ। ਔਰ ਇਸ ਪਰਿਵਾਰ ਦਾ, ਇਸ ਮੁਹੱਲੇ ਦਾ, ਇਸ ਵਾਰਡ ਨੰਬਰ 7 ਦਾ ਸਾਨੂੰ ਬੜਾ ਯੋਗਦਾਨ ਰਿਹਾ, ਕਿਉਂਕਿ ਮੈਂ 2003 ਵਿੱਚ ਜਿਸਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲੀ ਤੇ ਗੁਰਦੁਆਰਾ ਸਾਹਿਬ ਦੇ ਸਾਨੂੰ ਮਿਨੀਮਮ ਅਮਾਊਂਟ ਸਾਨੂੰ ਥੋੜ੍ਹਾ ਜਿਹਾ ਦਿੱਤਾ। ਇਹ ਉਸ ਅਮਾਊਂਟ ਦੇ ਨਾਲ ਨਾ ਅਸੀਂ ਤਨਖਾਹ ਦੇ ਸਕਦੇ ਸੀ, ਨਾ ਕੋਈ ਫੰਕਸ਼ਨ ਕਰ ਸਕਦੇ ਸੀ, ਲੇਕਿਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਲੀ ਨਾਂ ਹੀ ਸੀ, ਲੇਕਿਨ ਜੇ ਕਿਸੇ ਦੀ ਹੈਲਪ ਕਰਨੀ ਹੋਏ ਤਾਂ ਸਾਡੇ ਪੱਲੇ ਚੁਆਨੀ ਵੀ ਨਹੀਂ ਸੀ। ਤੇ ਕਹਿਣ ਨੂੰ ਤਾਂ ਬੜੀ ਵੱਡੀ ਪੋਸਟ ਸੀ, ਲੇਕਿਨ ਦੇਣ ਨੂੰ ਅਸੀਂ ਕੁਝ ਨਹੀਂ ਸੀ ਕਰ ਸਕਦੇ, ਕਿਉਂਕਿ ਸੰਗਤ ਜਿਹੜੀ ਸੀ ਸਾਡੇ ਕਠੂਏ ਦੀ, ਉਹ ਇੱਥੇ ਗੁਰਦੁਆਰੇ ਦੇ 500 ਮੀਟਰ ਉੱਧਰ ਤੇ 500 ਮੀਟਰ ਪਰਲੇ ਪਾਸੇ, ਕਿਉਂਕਿ ਉਸ ਗੁਰਦੁਆਰੇ ਦੇ ਕੋਲ ਕੋਈ ਸੰਗਤ ਹੀ ਨਹੀਂ ਰਹਿੰਦੀ। ਲੇਕਿਨ ਬਸਤੀਆਂ ਦੇ ਵਿੱਚ ਗੁਰਦੁਆਰੇ ਹੋਣ ਤੇ ਫਿਰ ਉਹਨਾਂ ਦੀ ਇੱਕ ਆਮਦਨ ਦਾ ਜ਼ਰੀਆ ਹੁੰਦਾ ਤੇ ਡਿਵੈਲਪਮੈਂਟ ਜਿਹੜੀ ਹੋ ਸਕਦੀ ਹੈ। ਲੇਕਿਨ ਇਸ ਗੁਰਦੁਆਰਾ ਸਾਹਿਬ ਦੀ 2,500 ਰੁਪਇਆ ਮਹੀਨੇ ਦੀ ਜਿਹੜੀ ਗੋਲਕ ਹੁੰਦੀ ਸੀ, ਲੇਕਿਨ ਅਸੀਂ ਜਿਸ ਵਕਤ ਸੇਵਾ ਸੰਭਾਲ ਕੀਤੀ ਤੇ ਲੰਗਰ ਪ੍ਰਥਾ ਸਟਾਰਟ ਕੀਤੀ ਹਰ ਐਤਵਾਰ, ਸਾਡੇ ਕੋਲ ਲੰਗਰ ਹਾਲ ਨਹੀਂ ਸੀ। ਫਿਰ ਅਸੀਂ ਆਸਤਾ ਜਿਹੜੀ ਕਿ ਗਰਾਹੀਆਂ ਕਰਕੇ ਤੇ ਪਹਿਲਾ ਲੈਂਟਰ ਜਿਹੜਾ ਪਾਇਆ, ਔਰ ਸਾਡੀ ਜਿਹੜੀ ਕਠੂਏ ਦੀ ਸੰਗਤ ਹੈ, ਚਾਹੇ ਉਹ ਰਾਲੀ ਬਣਦੀ ਆ, ਪਾਰਲੀ ਬਣਦੀ ਆ, ਦੂਰ ਦਰਾੜੇ ਦੀ ਆ, ਆਪਣੇ ਸਿਰਾਂ ਤੇ ਟੋਕਰੀਆਂ ਚੁੱਕ ਕੇ ਉਹਨਾਂ ਨੇ ਪਹਿਲੀ ਵਾਰ ਜਿਹੜਾ ਕਿ ਸੰਗਤ ਨੇ ਆਪਣੇ ਸਿਰ ਤੇ ਲੈਂਟਰ ਪਾਇਆ, ਔਰ ਉਹਨਾਂ ਨੇ ਮਤਲਬ ਕਿ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲ ਕੀਤੀ, ਔਰ ਸੰਗਤ ਸਾਨੂੰ ਜਿਹੜੀ ਕਿ ਉਹ ਬਰਾਬਰ ਸਾਨੂੰ ਸਪੋਰਟ ਕਰਦੀ ਰਹੀ। ਫਿਰ ਅਸੀਂ ਦੂਸਰੇ ਹਾਲ ਦਾ ਲੈਂਟਰ ਪਾਇਆ। ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਿਹੜੀ ਕਿ ਅਸੀਂ ਬਾਹਰਲੇ ਜਿਹੜੇ ਦੁਕਾਨਦਾਰ ਨੂੰ ਉਹਦੇ ਵਾਸਤੇ ਇੱਕ ਮਾਰਕੀਟ ਬਣਾਈ ਕਿ ਇਹਨਾਂ ਨੂੰ ਅੰਦਰ ਸ਼ਿਫਟ ਕੀਤਾ ਜਾਏਗਾ, ਲੇਕਿਨ ਗੁਰਦੁਆਰੇ ਦੇ ਕੇਸ ਦੁਕਾਨਦਾਰਾਂ ਨੇ ਲਗਾ ਦਿੱਤੇ ਤੇ ਉਸ ਕਾਰਨ 10-12 ਸਾਲ ਅਸੀਂ ਤਰੀਕਾਂ ਪਏ ਹੋਏ, ਆਖਿਰਕਾਰ ਸਾਨੂੰ ਉਹ ਰੈਂਟ ਤੇ ਦੇਣੀਆਂ ਪਈਆਂ। ਤੇ ਅੱਜ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਅਸੀਂ ਆਪਣੇ ਆਪ ਤੇ ਪੈਰਾਂ ਤੇ ਖੜੀ ਕਰ ਦਿੱਤੀ। ਅੱਜ ਅਸੀਂ ਗੁਰਦੁਆਰਾ ਜਿਹੜੀ ਕਮੇਟੀ ਹੈ,
ਅੱਜ ਅਸੀਂ ਕਠੂਏ ਦੇ ਬਾਹਰ ਜਿਹੜੇ ਗੁਰਦੁਆਰੇ ਨੇ ਉਹਦੀ ਵੀ ਸੇਵਾ ਸੰਭਾਲ ਜਿਹੜੀ ਹੈ, ਅੱਜ ਕੋਈ ਵੀ ਗੁਰਦੁਆਰਾ ਜਿਹੜਾ ਜ਼ਿਲ੍ਹੇ ਤੋਂ ਬਾਹਰ ਹੈ ਸਾਡੇ ਕੋਲ ਆਇਆ ਤੇ ਅਸੀਂ ਕਿਸੇ ਨੂੰ ਨਾ ਨਹੀਂ ਕੀਤੀ ਔਰ ਵੱਧ ਚੜ ਕੇ ਜਿਹੜੀ ਕਿ ਉਹ ਸੇਵਾ ਨਿਭਾਈ। ਸੋ ਜਿੱਥੇ ਗੁਰਦੁਆਰਿਆਂ ਦਾ ਪੈਰਾਂ ਤੇ ਆਪਣੀ ਕਮੇਟੀ ਖੜੀ ਕੀਤੀ, ਉੱਥੇ 2003 ਨਾਨਕਸ਼ਾਹੀ ਕੈਲੰਡਰ ਅਕਾਲ ਤਖਤ ਸਾਹਿਬ ਨੇ ਬਣਾਇਆ ਤੇ ਉਹ ਕੋਈ 5-7 ਸਾਲ ਚੱਲਿਆ। ਬੀਬੀ ਜਗੀਰ ਕੌਰ ਉਸ ਵਕਤ ਪ੍ਰਧਾਨ ਸੀ, ਲੇਕਿਨ ਉਹ ਇੱਕ ਸਾਡੀ ਸਿੱਖਾਂ ਦੀ ਇੱਕ ਵੱਖਰੀ ਹੋਂਦ, ਇੱਕ ਵੱਖਰੀ ਨਿਆਰੀ ਹਸਤੀ ਦਾ ਇੱਕ ਪ੍ਰਤੀਕ ਸੀ। ਲੇਕਿਨ ਸਾਡੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਔਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਰਹੇ, ਉਹ ਸਰਕਾਰਾਂ ਦੇ ਅੱਗੇ ਵਿਕਦੇ ਹੋਏ ਉਸ ਕੈਲੰਡਰ ਦਾ ਕਤਲ ਕਰ ਦਿੱਤਾ। ਲੇਕਿਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ 2003 ਦੇ ਕੈਲੰਡਰ ਦੇ ਨਾਲ ਚੱਲਦੀ ਰਹੀ, ਲੇਕਿਨ ਅਸੀਂ ਪੂਰਾ ਸਿਧਾਂਤਾਂ ਦੇ ਪਹਿਰਾ ਦਿੱਤਾ। ਲੇਕਿਨ ਉਸ ਵਕਤ ਸਾਡੇ ਕਠੂਏ ਦੇ ਕਈ ਲੋਕ ਸਾਨੂੰ ਕਿੰਤੂ ਪ੍ਰਿੰਤੂ ਕਰਦੇ ਸੀ। ਲੇਕਿਨ ਅੱਜ ਜੰਮੂ ਦੇ ਵਿੱਚ ਜਿਹੜੀ ਨਵੀਂ ਕਮੇਟੀ ਜਿਹੜੀ ਬਣੀ ਹੈ, ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜਾ 2003 ਦਾ ਜਿਹੜਾ ਕੈਲੰਡਰ ਹੈ ਅਸੀਂ ਉਸ ਤੇ ਪਹਿਰਾ ਦੇਵਾਂਗੇ ਔਰ ਉਹਦੇ ਨਾਲ ਹੀ ਅਸੀਂ ਜਿਹੜੇ ਸਾਰੇ ਫੰਕਸ਼ਨ ਕਰਾਂਗੇ। ਕਿਉਂਕਿ ਜੰਮੂ ਦੀਆਂ ਜਿਹੜੀਆਂ ਕਮੇਟੀਆਂ ਰਹੀਆਂ ਉਹ ਕਿਸੇ ਦੇ ਅਧੀਨ ਰਹੀਆਂ, ਉਹ ਮਤਲਬ ਕਿ ਪਖੰਡਵਾਦ ਔਰ ਸਮਝ ਲਓ ਕਿ ਅੰਧ ਵਿਸ਼ਵਾਸ ਦੇ ਥੱਲੇ ਰਹੀਆਂ। ਲੇਕਿਨ ਉਹਨਾਂ ਦਾ ਆਪਣੇ ਆਪ ਤੇ ਵਿਸ਼ਵਾਸ ਨਹੀਂ ਸੀ, ਕਿਉਂਕਿ ਉਹਦੇ ਸਿਰ ਤੇ ਜਿਹੜੇ ਕੋਈ ਲੋਕ ਬੈਠੇ ਦੇ ਸਨ ਉਹ ਉਹਨਾਂ ਨੂੰ ਚੱਲਣ ਨਹੀਂ ਸੀ ਦਿੰਦੇ ਤੇ ਉਹ ਕਮੇਟੀਆਂ ਚੱਲਦੀਆਂ ਰਹੀਆਂ। ਲੇਕਿਨ ਜਦੋਜਹਿਦ ਜਿਹੜੇ ਪੰਥਕ ਸੋਚ ਰੱਖਣ ਵਾਲੇ ਲੋਕ ਸੀ, ਉਹਨਾਂ ਨੇ ਆਪਣੀ ਜਦੋਜਹਿਦ ਜਾਰੀ ਰੱਖੀ। ਲੇਕਿਨ ਅੱਜ ਉਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਜੰਮੂ ਦੇ ਵਿੱਚ ਜਿਹੜੀ ਕਮੇਟੀ ਬਣੀ ਹੈ ਉਹ ਬਿਲਕੁਲ ਨਿਰਪੱਖ ਔਰ ਸਿਧਾਂਤਕ ਤੌਰ ਤੇ ਬਣੀ ਹੈ, ਕਿਉਂਕਿ ਸਾਡਾ ਡਿਸਟ੍ਰਿਕਟ ਹੈੱਡਕੁਆਟਰ ਜਿਹੜਾ ਜੰਮੂ ਹੈ। ਲੇਕਿਨ ਕਠੂਏ ਦੀ ਜਿਹੜੀ ਸਾਡੀ ਕਮੇਟੀ ਸੀ, ਇਹ ਅਸੀਂ 2003 ਤੋਂ ਲੈ ਕੇ ਅੱਜ ਤੱਕ ਅਸੀਂ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦਿੱਤਾ, ਕਿਉਂਕਿ ਇਹ ਆਜ਼ਾਦ ਕਮੇਟੀ ਸੀ। ਇਸ ਨੇ ਜਿਹੜਾ ਕਿ ਕੀਤਾ ਆਪਣੇ ਬਲਬੂਤੇ ਦੇ ਉੱਪਰ ਔਰ ਸੰਗਤ ਦੇ ਸਹਿਯੋਗ ਦੇ ਨਾਲ ਔਰ ਮੈਂਬਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਕੰਮ ਚਲਾਈ ਰੱਖਿਆ। ਤੇ ਅੱਜ ਕਠੂਏ ਦੇ ਵਿੱਚ ਕਠੂਏ ਦਾ ਜਿਹੜਾ ਨਾਂ ਹੈ ਪੂਰੇ ਪੰਜਾਬ ਔਰ ਜੰਮੂ ਕਸ਼ਮੀਰ ਦੇ ਵਿੱਚ ਨਾਂ ਕਿ ਅਗਰ ਪਹਿਰਾ ਦੇਣ ਵਾਲੀ ਕਮੇਟੀ ਹੈ 2003 ਦੇ ਉੱਪਰ ਪੂਰੇ ਵਾਲ ਦਾ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਤੇ ਉਹ ਕਠੂਆ ਕਮੇਟੀ ਹੈ। ਮੈਂ ਮੁਬਾਰਕ ਦੇਣਾ ਇੱਥੋਂ ਦੀ ਸੰਗਤਾਂ ਨੂੰ ਵੀ ਕਿ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਕੀਤਾ। ਤੇ ਮੈਂ ਅਗਰ ਜਿੱਥੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲੀ ਤੇ ਤੁਸੀਂ ਦੇਖਿਆ ਕਿ ਕਰੋਨਾ ਦੇ ਦੌਰਾਨ ਅੱਜ ਕਿਤਨੇ ਨੁਕਸਾਨ ਹੋਇਆ, ਲੇਕਿਨ ਡੈੱਡ ਬਾਡੀ ਵਾਲੇ ਫ੍ਰਿਜ ਲਿਆਂਦੇ ਤੇ ਅਸੀਂ ਕਿਸੇ ਜਾਤ ਪਾਤ ਦੀ ਗੱਲ ਨਹੀਂ ਕੀਤੀ। ਅਸੀਂ ਮਤਲਬ ਕਿ ਇਹ ਨਹੀਂ ਦੇਖਿਆ ਕਿ ਇਹ ਸਿੱਖ ਆ ਤੇ ਇਹ ਹਿੰਦੂ ਆ ਤੇ ਇਹਨੂੰ ਦੇਣਾ ਜਾਂ ਨਹੀਂ ਦੇਣਾ। ਅੱਜ ਜਿਹੜੀ ਗੱਡੀ ਉੱਥੇ ਲਿਆਂਦੀ ਹੈ, ਅੱਜ ਜਿਹੜੀ ਕਿ ਮਾਚਰੀ ਵਾਲੀ ਗੱਡੀ ਸੰਸਕਾਰ ਕਰਨ ਵਾਸਤੇ ਮਹਿੰਦਰਾ ਗੱਡੀ, ਉਹਦੇ ਵਿੱਚ ਸਾਡੇ ਕੋਲ ਡਾਕਟਰ ਏ.ਕੇ. ਗੁਪਤਾ ਸਾਹਿਬ ਅੱਜ ਮੌਜੂਦ ਬੈਠੇ ਨੇ। 50,000 ਰੁਪਇਆ ਵਾਹਿਦ ਇਹਨਾਂ ਨੇ ਮੈਨੂੰ ਉਸ ਵਕਤ ਇਹਨਾਂ ਨੇ ਕੈਸ਼ ਦਿੱਤਾ ਕਿ ਪ੍ਰਧਾਨ ਜੀ ਕਿ 50,000 ਰੁਪਇਆ ਤੁਸੀਂ ਇਹ ਮੇਰੀ ਤਰਫੋਂ ਡੋਨੇਸ਼ਨ ਲਓ ਤੇ ਬਾਕੀ 20,000 ਰੁਪਇਆ ਸਾਡੇ ਮਾਰਨੀ ਵਾਕ ਟਰਸਟ ਦੇ ਜਿਹੜੇ ਮੈਂਬਰ ਸਨ ਉਹਨਾਂ ਨੇ ਵੀ ਮਤਲਬ ਕਿ ਕਿਸੇ ਨੇ 2,000 ਕਿਸੇ ਨੇ 5,000 ਇਸ ਤਰ੍ਹਾਂ ਕਰਕੇ ਕੋਈ 70-80,000 ਰੁਪਇਆ ਮੈਨੂੰ ਮਾਰਨੀ ਵਾਕ ਟਰਸਟ ਨੇ ਜਿਹੜਾ ਕਿ ਉਸ ਸਮੇਂ ਦਿੱਤਾ। ਤੇ ਅੱਜ ਜਿਹੜੀ ਗੱਡੀ ਹੈ ਅੱਜ ਬਗੈਰ ਕਿਸੇ ਜਾਤ ਕਿਸੇ ਪਾਤ ਤੋਂ ਉੱਪਰ ਉੱਠ ਕੇ ਅਸੀਂ ਕਦੀ ਕਿਸੇ ਨੂੰ ਮਨਾਹੀ ਨਹੀਂ ਕੀਤੀ। ਔਰ ਅੱਜ ਕਿਧਰੇ ਵੀ ਕੋਈ ਜਗਰਾਤਾ ਹੁੰਦਾ ਹੈ ਤੇ ਸਾਰਿਆਂ ਕੋਲੋਂ ਪਹਿਲੇ ਸਾਡੇ ਕੋਲ ਗੁਰਦੁਆਰਾ ਸਾਹਿਬ ਜਿਹੜੇ ਕਿ ਦੂਸਰੇ ਧਰਮ ਦੇ ਲੋਕ ਨੇ, ਹਿੰਦੂ ਧਰਮ ਦੇ ਆਉਂਦੇ ਕਿ ਸਾਨੂੰ ਬਰਤਨ ਚਾਹੀਦੇ ਨੇ, ਅਸੀਂ ਕਦੀ ਨਾ ਨਹੀਂ ਕੀਤੀ। ਈਵਨ ਕਿ ਪੁਲਿਸ ਲਾਈਨ ਦੇ ਅੰਦਰ ਵੀ ਜਦੋਂ ਉੱਥੇ ਕੋਈ ਯੱਗ ਕਰਦੇ ਹਨ ਜਾਂ ਕੋਈ ਵੱਡਾ ਦਿਨ ਮਨਾਉਂਦੇ ਹਨ ਤੇ ਗੁਰੂ ਘਰ ਚੋਂ ਜਿਹੜੇ ਕਿ ਉਹ ਬਰਤਨ ਜਾਂਦੇ ਹਨ। ਸੋ ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਕਿ ਮਾਨਵ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਅਸੀਂ ਨਾ ਕੋ ਵੈਰੀ ਨਾ ਹੀ ਬੇਗਾਨਾ ਇੱਕ ਪਿਤਾ ਇਕਸ ਕੇ ਹਮ ਬਾਰਕ ਦਾ ਮੈਸੇਜ ਦਿੰਦੇ ਹੋਏ ਅੱਜ ਸ਼ਹਿਰ ਦੇ ਅੰਦਰ ਜਿੱਥੇ ਅਸੀਂ ਡਿਵੈਲਪਮੈਂਟ ਕੀਤੀ ਉੱਥੇ ਇਸ ਬਰਾਦਰੀ ਦਾ ਵੀ ਸਾਨੂੰ ਬੜਾ ਜਿਹੜਾ ਕਿ ਉਹ ਯੋਗਦਾਨ ਰਿਹਾ ਔਰ ਅਸੀਂ ਅੱਗੇ ਵੱਧਦੇ ਗਏ। ਲੇਕਿਨ ਅੱਜ ਸਾਨੂੰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ 4 ਸੀਟਾਂ ਜਿਹੜੀਆਂ ਸਾਨੂੰ ਐਡਵਾਂਸ ਸੰਗਤ ਨੇ ਸਾਡੀ ਝੋਲੀ 'ਚ ਪਾਈਆਂ ਤੇ ਸਾਨੂੰ 4 ਹੋਰ ਜਿੱਤ ਕੇ ਜਿਹੜੀਆਂ ਦਿੱਤੀਆਂ, ਜਿਹੜੀ ਕਿ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਕੁਝ ਲੋਕਾਂ ਦੇ ਦਬਾਅ ਦੇ ਥੱਲੇ ਉਹ ਸੀਟਾਂ ਜਿਹੜੀਆਂ ਜਿੱਤੀਆਂ ਤੇ ਅੱਜ ਜਿਹੜੀ ਕਿ ਪਾਵਰਫੁੱਲ ਅੱਜ ਕਮੇਟੀ ਬਣੀ ਹੈ। ਮੈਂ ਆਸ ਕਰਦਾ ਕਿ ਜਿੱਥੇ ਤੁਸੀਂ ਸਾਨੂੰ ਜਿਤਾ ਕੇ ਭੇਜਿਆ ਤੇ ਕੋਸ਼ਿਸ਼ ਕਰੋ ਕਿ ਜਿਸ ਤਰ੍ਹਾਂ ਸਾਨੂੰ ਪਹਿਲੇ ਸਹਿਯੋਗ ਕਰਦੇ ਆਓ ਇਸ ਤਰ੍ਹਾਂ ਵੱਧ ਚੜ੍ਹ ਕੇ ਕਰੋ ਤੇ ਜਿਹੜੇ ਰਹਿੰਦੇ ਕਾਰਜ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਕਮੇਟੀ ਤੋਂ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਉਹਦੀ ਵੀ ਸੇਵਾ ਸੰਭਾਲ ਜਿਹੜੀ ਅਸੀਂ ਕਰ ਸਕੀਏ। ਸੋ
मैं आखिर दे विच मैं वार्ड नंबर 7 ਦੀਆਂ ਸੰਗਤਾਂ ਦਾ ਔਰ ਇੱਥੇ ਡਾਕਟਰ ਸਾਹਿਬ ਔਰ ਮੈਂ ਦੇਖਿਆ ਕਿ ਸਾਡੇ ਮਾਰਨੀ ਬਾਗ ਟਰਸਟ ਦੇ ਸਾਥੀ ਔਰ ਹਰਭਜਨ ਸਿੰਘ ਔਰ ਸਾਡੇ ਜਿਹੜੇ ਕਿ ਵਾਰਡ ਨੰਬਰ 16 ਤੋਂ ਜਿਹੜੇ ਜਿੱਤ ਕੇ ਆਏ ਨੇ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਔਰ ਸਰਦਾਰ ਪ੍ਰਵੀਨ ਸਿੰਘ ਜੀ ਜਿਹੜੇ ਕਿ ਜਨਰਲ ਸੈਕਟਰੀ ਬਣੇ ਹਨ ਔਰ ਸਮੁੱਚੀ ਜਿਹੜੀ ਇੱਥੇ ਸਾਧ ਸੰਗਤ ਬੈਠੀ ਹੈ, ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਹੈ। ਸੋ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਜਿੱਥੇ ਮਾਣ ਸਨਮਾਨ ਦਿੱਤਾ ਹੈ ਅਸੀਂ ਕਿਧਰੇ ਵੀ ਇਸ ਸਮਾਜ ਬਰਾਦਰੀ ਭਾਈਚਾਰੇ ਦੀ ਜਿਹੜੀ ਪਿੱਠ ਨਹੀਂ ਲੱਗਣ ਦੇਵਾਂਗੇ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।